ਹੋਲਾ ਮਹੱਲਾ। ਹੋਲਾ ਜਿਹੜਾ ਲਫ਼ਜ਼ ਹੈ ਇਹ ਅਰਬੀ ਭਾਸ਼ਾ ਦਾ ਫੂਲ ਤੋਂ ਲਿਆ ਗਿਆ ਹੈ। ਫੂਲ ਤੋਂ ਭਾਵ ਹੈ ਨੇਕ ਕੰਮ ਦੇ ਲਈ, ਭਲੇ ਕੰਮ ਦੇ ਲਈ, ਚੰਗੇ ਕੰਮ ਦੇ ਲਈ ਜੂਝਣਾ, ਡਟਣਾ। ਮਹੱਲਾ ਜਿਹੜਾ ਲਫ਼ਜ਼ ਹੈ ਇਹ ਤੋਂ ਭਾਵ ਹੈ ਵੀ ਜਿੱਥੇ ਚੰਗਾ ਕਰਮ ਕਰਨਾ ਜਾਂ ਰੁਕਣਾ, ਠਹਿਰਨਾ। ਮਹੱਲਾ ਫਾਰਸੀ ਭਾਸ਼ਾ ਦਾ ਹੈ ਤੇ ਹੋਲਾ ਜਿਹੜਾ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀਆਂ ਨੇ ਜਿੱਥੇ ਮਾਲਾ ਲਿਆਂਦੀ ਹੈ ਉੱਥੇ ਮਹਾਰਾਜ ਨੇ ਤੇਗ ਵੀ ਲਿਆਂਦੀ ਹੈ। ਜਿੱਥੇ ਸ਼ਾਸਤਰ ਹੈ ਉੱਥੇ ਸ਼ਸਤਰ ਵੀ ਹੈ। ਇੱਥੋਂ ਤੱਕ ਕਿ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਬਤ ਆਪਾਂ ਗੱਲ ਕਰੀਏ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਸਾ ਹੱਥ ਕਿਤਾਬ ਕਸ਼। ਜਿੱਥੇ ਮਹਾਰਾਜ ਦੇ ਹੱਥ ਵਿੱਚ ਇੱਕ ਕਿਤਾਬ ਹੈ ਨਾ, ਉੱਥੇ ਗੁਰੂ ਸਾਹਿਬ ਦੇ ਇੱਕ ਹੱਥ ਵਿੱਚ ਆਸਾ। ਆਸਾ ਕਹਿੰਦੇ ਨੇ ਸੋਟੇ। ਮਹਾਰਾਜ ਦੇ ਇੱਕ ਹੱਥ ਵਿੱਚ ਸੋਟਾ ਵੀ ਹੈ। ਜਿੱਥੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਪਠਾਣਾਂ ਨੂੰ ਕਿਹਾ ਵੀ ਤੁਸੀਂ ਭਾਵੇਂ ਜਿੰਨੇ ਮਰਜ਼ੀ ਤੰਤਰ ਮੰਤਰ ਪੜ੍ਹੀ ਚੱਲੋ, ਬਿਨਾਂ ਉਦਮ ਤੋਂ ਗੱਲ ਨਹੀਂ ਬਣੇਗੀ। ਜਿੰਨਾ ਚਿਰ ਉਦਮ ਨਹੀਂ ਕਰੋਗੇ, ਸੰਭਲੋਗੇ ਨਹੀਂ, ਸਮੇਂ ਦੀ ਸੰਭਾਲ ਨਹੀਂ ਕਰੋਗੇ, ਉਹਨਾਂ ਚਿਰ ਗੱਲ ਨਹੀਂ ਬਣੇਗੀ। ਮਹਾਰਾਜ ਨੇ ਇਹ ਬਚਨ ਕੀਤੇ ਸਨ, ਪਰ ਉਹਨਾਂ ਪਠਾਣਾਂ ਨੂੰ ਕੋਈ ਅਸਰ ਨਹੀਂ। ਉਹ ਕਹਿੰਦੇ ਅਸੀਂ ਬੜੇ ਪੀਰ ਸਾਧੇ ਨੇ, ਸਾਡੇ ਕੋਲ ਬੜੇ ਤੰਤਰ ਮੰਤਰ ਨੇ। ਪਰ ਕਹਿੰਦੇ ਜਦੋਂ ਹਮਲਾ ਹੋਇਆ ਨਾ ਬਾਬਰ ਦਾ, ਉਹਨਾਂ ਦੇ ਤੰਤਰ ਮੰਤਰ, ਉਹਨਾਂ ਦੀਆਂ ਸ਼ੀਰਨੀਆਂ, ਉਹਨਾਂ ਦੇ ਪੀਰ ਕੁਝ ਵੀ ਨਹੀਂ ਕਰ ਸਕੇ, ਕਿਉਂਕਿ ਅਵੇਸਲੇ ਹੋ ਕੇ ਉਹ ਮੰਤਰਾਂ ਦੇ ਭਰੋਸੇ ਤੇ ਬੈਠ ਗਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਹਾਲਤ ਐਸੀ ਬਣ ਚੁੱਕੀ ਸੀ ਵੀ ਅੰਦਰੋਂ ਦ੍ਰਿੜਤਾ ਤਾਂ ਖਤਮ ਹੀ ਹੋ ਚੁੱਕੀ ਸੀ। ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਸ਼ੇਰ ਸ਼ਾਹ ਸੂਰੀ ਨੇ ਵੀ ਤੂੰ ਇੱਥੇ ਆ ਕੇ ਆਪਣਾ ਜ਼ੋਰ ਦਿਖਾਉਣਾ, ਜਿੱਥੇ ਤੈਨੂੰ ਤਲਵਾਰ ਚਲਾਉਣੀ ਚਾਹੀਦੀ ਸੀ ਉੱਥੇ ਤੂੰ ਘੋਲ ਕਰਤੀ, ਉੱਥੋਂ ਤੂੰ ਭੱਜ ਕੇ ਆ ਗਿਆ। ਮਾਰੇ ਕਹਿੰਦੇ ਬਹਾਦਰੀ ਜੰਗ ਦੇ ਮੈਦਾਨ ਵਿੱਚ ਦਿਖਾਈ ਜਾਂਦੀ ਹੈ। ਬਹਾਦਰੀ ਮਲਜੂਮਾ ਨਿਹੱਥਿਆਂ ਤੇ ਨਹੀਂ ਦਿਖਾਈ ਜਾਂਦੀ। ਗੁਰੂ ਸਾਹਿਬ ਜੀ ਨੇ ਤਲਵਾਰ ਸ਼ਮਸ਼ੀਰ ਕਿਉਂ ਚੁੱਕੀ ਹੈ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਕੋਈ ਸ਼ੌਂਕ ਨਹੀਂ ਸੀ ਵੀ ਕਿਸੇ ਨੂੰ ਖਤਮ ਕਿਸੇ ਤੇ ਆਉਣਾ। ਵੈਸੇ ਜਿੰਨੀਆਂ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਆਂ 4 ਜੰਗਾਂ ਨੇ, ਉਹਨਾਂ 4 ਜੰਗਾਂ ਵਿੱਚੋਂ ਕਿਤੇ ਵੀ ਇਹ ਜ਼ਿਕਰ ਨਹੀਂ ਆਏਗਾ ਕਿ ਸਤਿਗੁਰੂ ਜੀ ਆਪ ਚੜ੍ਹ ਕੇ ਗਏ ਹੋਣ ਕਿਸੇ ਤੇ, ਜਾਂ ਇਹ ਜ਼ਿਕਰ ਨਹੀਂ ਆਏਗਾ ਮਹਾਰਾਜ ਨੇ ਪਹਿਲਾਂ ਹਮਲਾ ਕੀਤਾ ਹੋਵੇ, ਤੇ ਇਹ ਵੀ ਜ਼ਿਕਰ ਨਹੀਂ ਆਏਗਾ ਵੀ ਉਹ ਕਿਸੇ ਜ਼ਮੀਨ ਖਾਤਰ ਲੜਾਈ ਹੋਵੇ, ਜਰ ਜੋਰੂ ਖਾਤਰ ਲੜਾਈ ਹੋਵੇ, ਨਾ ਧਨ ਦੀ ਖਾਤਰ, ਨਾ ਜ਼ਮੀਨ ਦੀ ਖਾਤਰ, ਨਾ ਕਿਸੇ ਵੀ ਐਸਾ ਕਾਰਨ ਨਹੀਂ ਦੁਨਿਆਵੀ ਖਾਤਰ ਵੀ ਜਿਹਦੇ ਕਰਕੇ ਲੜਾਈ ਲੜੀ ਗਈ ਹੋਵੇ। ਮਹਾਰਾਜ ਨੇ ਲੜਾਈਆਂ ਲੜੀਆਂ ਜਰ ਜੋਰੂ ਜ਼ਮੀਨ ਤੋਂ ਉੱਪਰ ਉੱਠ ਕੇ। ਇਹਨਾਂ ਦਾ ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਮੇਰੀ ਔਰ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ। ਗੁਰੂ ਸਾਹਿਬ ਜੀ ਇਹ ਤਾਂ ਮਹਾਰਾਜ ਨੇ ਅਭਿਆਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ ਪੜ੍ਹੀ। ਗੁਰੂ ਸਾਹਿਬ ਜੀ ਕਰਤਾਰਪੁਰ ਦੀ ਜੰਗ ਦੇ ਵਿੱਚ ਐਸੀ ਤੇਗ ਵਾਹੁੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇ ਜਿਸ ਤੇਗ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਨਾਮ ਬਖਸ਼ਿਆ ਸੀ ਕਿ ਪੁੱਤਰ ਤੂੰ ਤੇਗ ਮਾਨਨੀ, ਤੇਗ ਬਹਾਦਰ ਹੈ, ਨਾਮ ਬਖਸ਼ਿਆ। ਤੇ ਉਸ ਤੇਗ ਬਹਾਦਰ ਤੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ
ਸੀਸ ਧੜ ਤੋਂ ਜੁਦਾ ਕਰਨ ਲੱਗੇ ਅੜਾ। ਮਹਾਰਾਜ ਨੇ ਬਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੋ ਤੇਗਾ। ਮੈਨੂੰ ਲਗਵਾ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਖਲੋ ਤੇਗਾ। ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ। ਮੇਰੇ ਪਿਤਾ ਨੇ ਵਾਹੀਆਂ ਉਹ ਤੇ ਦੋ ਤੇਗਾਂ, ਮੇਰੀ ਪੀਰੀ ਦੇ ਮਾਲਕ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਸਨ ਗੁਰੂ ਹਰਗੋਬਿੰਦ ਸਾਹਿਬ ਜੀ। ਕਹਿੰਦੇ ਮੈਨੂੰ ਲਗਵਾ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਖਲੋ ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਪਿਤਾ ਨੇ ਵਾਹੀਆਂ ਦੋ ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾ। ਭਾਵ ਔਰੰਗਜ਼ੇਬ ਨੂੰ ਕਹਿ ਰਹੇ ਨੇ ਗੁਰੂ ਸਾਹਿਬ ਜੀ, ਕਹਿੰਦੇ ਤੇਰਾ ਪਿਤਾ ਜਿਹੜਾ ਸੀ ਨਾ, ਉਹ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਣਖ ਨੂੰ ਪਰਖਦਾ ਰਿਹਾ ਸੀ ਜਹਾਂਗੀਰ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾ। ਕਹਿੰਦੇ ਮੇਰੇ ਪੁੱਤਰ ਨੇ ਆਉਣ ਵਾਲੇ ਸਮੇਂ ਵਿੱਚ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲਣੀ ਲੱਖਾਂ ਲਏਗੀ ਤੇਰੀਆਂ ਖੋਹ ਤੇਗਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੇਰੇ ਪਿਤਾ ਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲਣੀ ਹੈ, ਖਾਲਸਾ ਪ੍ਰਗਟ ਹੋਣਾ। ਇਹ ਤੇਗ, ਇਹ ਵਿਆਸ ਸਤਿਗੁਰੂ ਜੀ ਨੇ ਦ੍ਰਿੜਤਾ ਭਰੀ। ਐ ਔਰੰਗਜ਼ੇਬ ਇਸ 750 ਸਾਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇ, ਐਸੀ ਤੇਗ ਮੇਰੇ ਪੁੱਤਰ ਨੇ ਵਾਹੁਣੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਚੁੰਕਾਰ ਅੱਜ ਹਵਾ ਹੀਲ ਤੇ ਦਰ ਗੁਜਸ਼ਤ ਹਲਾ ਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਫਰਨਾਮੇ 'ਚ ਜ਼ਿਕਰ ਕੀਤਾ। ਮਾਰੇ ਕਹਿੰਦੇ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ, ਜਦੋਂ ਵੈਰੀ ਨਾ ਸਮਝੇ ਉਹਨੂੰ ਸਮਝਾਓ, ਫਿਰ ਵੀ ਨਾ ਸਮਝੇ, ਫਿਰ ਵੀ ਜ਼ੁਲਮ ਦੀ ਅੱਤ ਚੱਕ ਦਵੇ, ਫਿਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਲੈਣਾ ਚਾਹੀਦਾ ਹੈ, ਫਿਰ ਨਹੀਂ ਪਿੱਛਾ ਹਟਣਾ ਚਾਹੀਦਾ। ਜਦੋਂ ਵੈਰੀ ਜ਼ੁਲਮ ਦੀ ਅੱਤ ਚੱਕ ਦਵੇ, ਸਤਿਗੁਰ ਦੀਆਂ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਨੇਕ ਕੰਮ ਦੇ ਲਈ ਪਿੱਛਾ ਨਹੀਂ ਹਟਣਾ ਚਾਹੀਦਾ। ਜੇ ਪਾਪ, ਪਹਿਲਾਂ ਵੀ ਗੱਲ ਕੀਤੀ ਸੀ, ਪਾਪ ਉੱਥੇ ਲੱਗਦਾ ਹੈ ਵੀ ਜਿੱਥੇ ਕਿਸੇ ਨਿਹੱਥੇ ਤੇ ਕਿਸੇ ਭਲੇ ਪੁਰਸ਼ ਤੇ ਕੋਈ ਵਾਰ ਕਰਦਾ, ਇਨਸਾਨ ਤੇ ਕਿਸੇ ਤੇ, ਉੱਥੇ ਪਾਪ ਹੈ। ਪਰ ਜਿੱਥੇ ਰਾਖਸ਼ ਬਿਰਤੀ ਵਾਲੇ ਨੂੰ ਮਾਰਿਆ ਜਾਂਦਾ ਹੈ, ਜਿੱਥੇ ਜ਼ੁਲਮ ਵਾਲੇ ਨੂੰ ਮਾਰਿਆ ਜਾਂਦਾ, ਉੱਥੇ ਪਾਪ ਨਹੀਂ ਹੈ ਮਾਰੇ, ਉੱਥੇ ਬਹਾਦਰੀ ਹੈ, ਉੱਥੇ ਇਹ ਨੇਕ ਕੰਮ ਹੈ, ਭਲਾ ਕੰਮ ਹੈ। ਜਿੱਥੇ ਕਿਸੇ ਵੈਰੀ ਦਾ, ਜਿਹਨੇ ਅੱਤ ਚੱਕੀ ਹੈ ਜ਼ੁਲਮ ਦੀ, ਉਹਨੂੰ ਖਤਮ ਕੀਤਾ ਜਾਂਦਾ। 1657 ਨੂੰ ਆ ਦਿਨ ਆਇਆ, ਚੇਤਵਦੀ ਦੀ 1 ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਮਹਾਰਾਜ ਨੇ ਨਵੇਕਲਾਪਨ ਜਿਹੜਾ ਸੀ ਬਖਸ਼ਿਸ਼ ਕਰਨਾ ਹੈ। ਸਾਰੇ ਹੋਲੀਆਂ ਖੇਡਦੇ ਸਿੱਖਾਂ ਨੇ ਮਾਰੇ ਕਿ ਇਹ ਹੋਲੀਆਂ ਇੱਕ ਇਹ ਵੀ ਵੇਖਣ ਵਾਲੀ ਗੱਲ ਹੈ, ਕਿਉਂਕਿ ਜਿਹੜਾ ਜਿਵੇਂ ਆਪਾਂ ਵੇਖਦੇ ਹਾਂ ਨਾ, ਇਹ ਤਿਉਹਾਰ ਵੀ ਵੰਡੇ ਹੋਏ ਸਨ। ਤਿਉਹਾਰ ਵੀ ਇਹ ਵੰਡੇ, ਵਿਸਾਖੀ ਬ੍ਰਾਹਮਣਾਂ ਨੇ ਕਹਿਣ ਲੱਗੇ, ਦੀਵਾਲੀ ਜਿਹੜੀ ਸੀ ਉਹ ਖੱਤਰੀਆਂ ਨੇ, ਤੇ ਜਿਹੜਾ ਦੁਸਹਿਰਾ ਸੀ ਇਹ ਸ਼ੂਦਰਾਂ ਦੇ, ਤੇ ਜਿਹੜਾ ਇਹ ਹੋਲੀ ਸੀ ਕਹਿੰਦੇ ਸ਼ੂਦਰਾਂ ਦੇ ਹਿੱਸੇ ਵਿੱਚ ਆਈ। ਇਸ ਤਰ੍ਹਾਂ ਇਹ 4 ਵਰਨ ਸਨ, ਬ੍ਰਾਹਮਣ, ਖੱਤਰੀ, ਵੈਸ਼। ਵੈਸ਼ਾਂ ਦੇ ਹਵਾਲੇ ਜਿਹੜੀ ਸੀ ਇਹ ਦੁਸਹਿਰਾ ਸੀ,
ਤੇ ਸ਼ੂਦਰਾਂ ਦੇ ਕੋਲ ਜਿਹੜਾ ਸੀ ਇਹ ਹੋਲੀ ਦੇ ਦਿੱਤਾ। ਭਾਵ ਇੱਕ ਪਹਿਲਾਂ ਹੀ ਰੀਤ ਸੀ ਕੂੜਾ ਪਾਉਣ ਦੀ, ਇੱਕ ਦੂਜੇ ਤੇ ਸਵਾਹ ਪਾਉਣੀ, ਫਿਰ ਹੌਲੀ ਹੌਲੀ ਰੰਗਾਂ ਤੱਕ ਆ ਗਈ ਗੱਲ। ਭਾਵ ਇਹ ਨੀਵਾਂ ਸਮਝਿਆ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ 1657 ਨੂੰ ਮਹਾਰਾਜ ਨੇ ਇਹ ਨੀਯਤ ਕੀਤਾ, ਭਾਈ ਔਰਨ ਕੀ ਹੋਲੀ ਮਮ ਹੋਲਾ, ਇਉਂ ਕਿਰਪਾ ਨਿਧ ਕੀਓ ਬਚਨ ਅਮੋਲਾ। ਕਵੀ ਸਵੇਰ ਦੇ ਬਚਨ ਨੇ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਹੋਰਾਂ ਦੀ ਹੋਲੀ ਪਰ ਖਾਲਸੇ ਦਾ ਹੋਲਾ ਹੈ। ਬੜੇ ਕਮਾਲ ਦੇ ਬਚਨ, ਜਦੋਂ ਬਚਨ ਪੜ੍ਹਨ ਵਾਲੇ ਹੋਰਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਹੈ। ਹੋਰਾਂ ਦੀਆਂ ਤਲਵਾਰਾਂ ਪਰ ਖਾਲਸੇ ਦਾ ਤੇਗਾ ਹੈ। ਹੋਰਾਂ ਦੀ ਬਰਤਨ ਕੜਾਹੀਆਂ ਪਰ ਖਾਲਸੇ ਦਾ ਤੇਗਾ। ਇਹ ਜਿਹੜੀਆਂ ਸਨ ਬਚਨ ਬੜੇ ਕਮਾਲ ਦੇ ਬਖਸ਼ਿਸ਼ ਕੀਤੇ ਗੁਰੂ ਸਾਹਿਬ ਨੇ। 5 ਕਿਲੇ ਆਨੰਦਪੁਰ ਸਾਹਿਬ, ਉਹਨਾਂ ਕਿਲਿਆਂ ਦੇ ਹੋਲਗੜ੍ਹ ਦਾ ਕਿਲਾ, ਲੋਹਗੜ੍ਹ ਦਾ ਕਿਲਾ, ਨਿਰਮੋਹਗੜ੍ਹ ਦਾ ਕਿਲਾ, ਤਾਰਾਗੜ੍ਹ ਦਾ ਕਿਲਾ, ਆਨੰਦਗੜ੍ਹ ਦਾ ਕਿਲਾ ਤੇ ਕੇਸਗੜ੍ਹ। ਇਸ ਤਰ੍ਹਾਂ ਮਹਾਰਾਜ ਨੇ 5 ਕਿਲੇ ਜਿਹੜੇ ਸਨ ਨਾ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਣਾਏ। ਜਿਹੜਾ ਲੋਹਗੜ੍ਹ ਦਾ ਕਿਲਾ ਸੀ ਉੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸ਼ਸਤਰ ਬਣਾਉਣ ਦੀ ਫੈਕਟਰੀ ਕਹਿ ਰਹੀ ਆਪਾਂ ਵੀ, ਜਿੱਥੇ ਸ਼ਸਤਰ ਬਣਦੇ ਸਨ ਇਹ ਲੋਹਗੜ੍ਹ ਦੇ ਕਿਲੇ ਅੰਦਰ ਬਣਦੇ ਸਨ। ਮਹਾਰਾਜ ਫਿਰ ਅੱਜ ਸਾਰੇ ਸਿੱਖਾਂ ਨੂੰ ਇਕੱਠਿਆਂ ਕੀਤਾ ਹੋਲੇ ਮਹੱਲੇ ਵਾਲੇ ਦਿਨ। ਮਹਾਰਾਜ ਕਹਿੰਦੇ ਅੱਜ ਹੋਲਾ ਖੇਡਣਾ। ਸਾਰੇ ਸ਼ਸਤਰ ਬਸਤਰ ਧਾਰਨ ਕਰਕੇ ਇੱਕ ਨੂੰ ਹੋਲਗੜ੍ਹ ਦੇ ਕਿਲੇ ਤੇ ਇੱਕ ਜਥੇ ਬਣਾ ਦਿੱਤੇ। ਇੱਕ ਦੀਆਂ ਸਫੇਦ ਵਰਦੀਆਂ ਚਿੱਟੇ ਵਸਤਰ, ਇੱਕ ਦੇ ਕੇਸਰੀ ਵਸਤਰ। ਸਤਿਗੁਰੂ ਜੀ ਕਹਿੰਦੇ ਇੱਕ ਕਿਲੇ ਦੇ ਅੰਦਰ ਤਾਇਨਾਤ ਰਹਿਣਗੇ, ਬਾਹਰੋਂ ਆਏਗਾ ਉਹਦਾ ਮੁਕਾਬਲਾ ਕਰਨਾ, ਤੇ ਦੂਸਰਾ ਜਿਹੜਾ ਉਹ ਹਮਲਾ ਕਰੇਗਾ, ਭਾਵ ਕਿਲੇ ਤੇ ਕਬਜ਼ਾ ਕਰਨਾ, ਹਮਲਾ ਕਰਕੇ ਯੁੱਧ ਕਰਕੇ ਮਨਸੂਈ ਲੜਾਈਆਂ। ਜਦੋਂ ਇਹ ਲੜਾਈਆਂ ਹੁੰਦੀਆਂ ਸਿੱਖਾਂ ਦੇ ਅੰਦਰ ਤਾਂ ਰੋਹ ਭਰ ਜਾਂਦਾ ਵੀ ਕਲਗੀਧਰ ਪਾਤਸ਼ਾਹ ਵੇਖ ਰਹੇ ਨੇ ਤੇ ਸਿੱਖ ਆਉਂਦੇ, ਜਥੇ ਬਣੇ ਹੁੰਦੇ, ਟੋਲੀਆਂ, ਨਕਲੀ ਲੜਾਈਆਂ ਕਹਿ ਦਈਏ, ਮਨਸੂਈ ਲੜਾਈਆਂ। ਇੱਕ ਜਥਾ ਬਾਹਰੋਂ ਆਉਂਦਾ ਘੋੜਿਆਂ ਤੇ ਸਵਾਰ ਕਰਕੇ ਅੰਦਰ ਜਿਹੜਾ ਸੀ ਉਹ ਤੇ ਹਮਲਾ ਕਰਦਾ, ਦੂਸਰਾ ਉਸ ਹਮਲੇ ਨੂੰ ਰੋਕਦਾ ਸੀ। ਜਿਹੜਾ ਜਿੱਤਦਾ ਨਾ ਮਹਾਰਾਜ, ਜਿਹੜਾ ਵੀ ਜਿੱਤਦਾ ਉਹ ਸਿੱਖਾਂ ਨੂੰ, ਉਸ ਜਥੇ ਨੂੰ ਫਿਰ ਗੁਰੂ ਸਾਹਿਬ ਜੀ ਸਿਰਪਾਓ ਦਿੰਦੇ ਸਨ, ਇਨਾਮ ਦਿੰਦੇ ਸਨ। ਤੇ ਸਿੱਖਾਂ ਅੰਦਰ ਇਹ ਜੋਸ਼ ਭਰਦਾ ਸੀ ਵੀ ਅਸੀਂ ਹੋਰ ਅਭਿਆਸ ਕਰੀਏ, ਹੋਰ ਸ਼ਸਤਰ ਅਭਿਆਸ ਕਰੀਏ। ਤੇ ਇਹ ਅਭਿਆਸ ਐਸੀ ਚੀਜ਼ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅਭਿਆਸ ਤੋਂ ਬਿਨਾਂ ਗੱਲ ਨਹੀਂ ਬਣ ਸਕਦੀ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੀਰ ਹੁੰਦਾ ਨਾ ਮਹਾਰਾਜ ਦਾ, ਵੈਰੀ ਦੇ ਪਾਵੇ ਵਿੱਚ ਲੱਗਦਾ, ਚਿੱਠੀ ਆਉਂਦੀ ਹੈ, ਉਹਦੇ ਕੰਨ ਦੇ ਕੋਲੋਂ ਦੀ ਲੰਘ ਜਾਂਦੀ ਹੈ, ਛੂਕ ਕੇ ਉਹ ਕਹਿੰਦਾ ਕਰਾਮਾਤ। ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਏਡੀ ਦੂਰ ਤੋਂ ਤੀਰ ਆਇਆ, ਇਹ ਕਰਾਮਾਤ। ਮਹਾਰਾਜ ਨੇ ਦੂਜਾ ਤੀਰ ਮਾਰਿਆ, ਨਾਲ ਚਿੱਠੀ ਭੇਜੀ, ਤੇ ਉਸ ਤੀਰ ਕਹਿੰਦੇ ਉਹ ਵੈਰੀ ਦੇ ਜਿਹੜਾ ਪਾਵੇ ਦੇ ਵਿੱਚ ਜਾ ਕੇ ਲੱਗਦਾ। ਗੁਰੂ ਸਾਹਿਬ ਜੀ ਕਹਿੰਦੇ ਕਰਾਮਾਤ ਨਹੀਂ, ਕਰਤਵ। ਮਹਾਰਾਜ ਕਹਿੰਦੇ ਕਰਤਵ ਹੈ, ਅਭਿਆਸ ਹੈ, ਕਰਾਮਾਤ ਨਹੀਂ। ਇਹ ਅਭਿਆਸ ਹੀ ਇੰਨਾ ਹੈ। ਹੁਣ ਇਹ ਅਭਿਆਸ ਸੀ ਜਿਵੇਂ ਆਪਾਂ ਸਕੂਲਾਂ ਵਿੱਚ, ਕਾਲਜਾਂ ਵਿੱਚ ਪੜ੍ਹਾਈ ਹੁੰਦੀ ਹੈ। ਪੜ੍ਹਾਈ ਹੁੰਦੀ ਹੈ ਸਾਰਾ ਦਿਨ, ਹਰ ਰੋਜ਼ ਪੜ੍ਹਾਈ, ਕਲਾਸਾਂ ਲੱਗਦੀਆਂ, ਪਰ ਕਹਿੰਦੇ ਉਹ ਪੜ੍ਹਾਈ ਦਾ ਫਿਰ ਟੈਸਟ ਵੀ ਲਿਆ ਜਾਂਦਾ ਹੈ, ਪੇਪਰ ਵੀ ਲਿਆ ਜਾਂਦਾ ਹੈ ਵੀ ਵੇਖੀ ਤਾਂ ਸਹੀ ਵੀ ਪੜ੍ਹਿਆ ਕੀ ਹੈ ਸਾਰੇ ਸਾਲ ਵਿੱਚ, ਕੀ ਇਹਨੇ ਮਿਹਨਤ ਕੀਤੀ ਹੈ। ਫਿਰ ਉਹਦਾ ਜਿਹੜਾ ਟੈਸਟ ਸੀ, ਪੇਪਰ ਸੀ, ਉਹ ਲਿਆ ਜਾਂਦਾ। ਫਿਰ ਪਤਾ ਲੱਗਦਾ ਵੀ ਬੱਚੇ ਨੇ ਸਾਲ ਵਿੱਚ ਕੀ ਪੜ੍ਹਿਆ, ਕੀ ਪੜ੍ਹਾਈ ਕੀਤੀ ਹੈ, ਕੀ ਮਿਹਨਤ ਕੀਤੀ ਹੈ, ਤੇ ਉਹਦੇ ਹਿਸਾਬ ਨਾਲ ਫਿਰ ਉਹਦੇ ਨੰਬਰ ਆਉਂਦੇ, ਉਹਨੂੰ ਇਨਾਮ ਮਿਲਦੇ। ਜੇ ਵੱਧ ਪੜ੍ਹਿਆ ਹੈ, ਅਭਿਆਸ ਕੀਤਾ, ਉਹਨੂੰ ਵੱਧ ਇਨਾਮ ਮਿਲਦਾ।
ਤੇ ਇਸੇ ਤਰ੍ਹਾਂ ਇਹ ਜਿਹੜਾ ਹੋਲਾ ਮਹੱਲਾ ਹੈ ਨਾ, ਇਦਣ ਮਹਾਰਾਜ ਇਸ ਦਿਨ ਗੁਰੂ ਸਾਹਿਬ ਜੀ ਟੈਸਟ ਲੈਂਦੇ ਸਨ ਜਥਿਆਂ ਦੇ। ਅਭਿਆਸ ਤਾਂ ਰੋਜ਼ ਹੁੰਦਾ ਸੀ, ਜੰਗ ਦਾ ਅਭਿਆਸ ਕਰਨਾ, ਸ਼ਸਤਰ ਚਲਾਉਣਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੈਸੇ ਤੋਂ ਸੰਗਰਾਮ ਵਿਖੇ ਸਿੱਖਿਓ ਚਾਹੇ ਵੀਰ ਬਿੰਦਾ ਨੇਤਾ ਉਦਮ ਜੈਤ ਪਦਵੀ ਨਾ ਪਾਈਏ। ਕਹਿੰਦੇ ਵੀ ਜਦੋਂ ਜੰਗ ਲੱਗ ਗਈ ਨਾ, ਫਿਰ ਉਦਮ ਕਰਨਾ, ਫਿਰ ਕਹੇ ਵੀ ਮੈਨੂੰ ਸ਼ਸਤਰ ਚਲਾਉਣਾ ਸਿਖਾਓ, ਫਿਰ ਨਹੀਂ ਗੱਲ ਬਣੇਗੀ। ਇਹ ਉਦਮ, ਇਹ ਅਭਿਆਸ ਪਹਿਲਾਂ ਕਰਨਾ ਪੈਂਦਾ ਹੈ। ਤੇ ਮਹਾਰਾਜ ਨੇ ਐਸੇ ਅਭਿਆਸ ਕਰਾਏ, ਇਹਨਾਂ ਸਿੱਖਾਂ ਦਾ ਅਭਿਆਸ ਸੀ। ਅੱਜ ਜੇ ਕਿਸੇ ਨੂੰ ਕੋਈ ਸ਼ਸਤਰ ਸਾਡੇ ਵਰਗੇ ਨੂੰ ਜਾਂ ਚਲਾਉਣਾ, ਕੋਈ 10 ਮਿੰਟ, ਕੋਈ ਅੱਧਾ ਘੰਟਾ ਨਹੀਂ ਚਲਾ ਸਕਦਾ, ਇੰਨੀ ਤੇਜ਼। ਪਰ ਐਸੀ ਬਖਸ਼ਿਸ਼ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ। ਭਾਈ ਉਦੇ ਸਿੰਘ ਜੀ ਜਦੋਂ ਵੈਰੀਆਂ ਦਾ ਮੁਕਾਬਲਾ ਕਰਦੇ ਨਾ, ਟਿੱਡੀ ਦਲ ਦਾ ਚੜ ਕੇ ਆਇਆ, 5.5 ਘੰਟੇ ਭਾਈ ਉਦੇ ਸਿੰਘ ਜੀ ਤੇਗ ਚਲਾਉਂਦੇ ਹਨ। 5.5 ਘੰਟੇ। ਇਹ ਕੀ ਸੀ? ਇਹ ਅਭਿਆਸ ਸੀ, ਇਹ ਉਦਮ ਸੀ, ਇਹ ਯਤਨ ਸੀ। ਇਹ ਸੀ ਮਹਾਰਾਜ ਨੇ ਜੋ ਸਾਨੂੰ ਅਭਿਆਸ, ਸਾਨੂੰ ਸ਼ਸਤਰਾਂ ਦੇ ਅਭਿਆਸ ਦੇ ਸ਼ਾਸਤਰ, ਜਿੱਥੇ ਬੰਦਗੀ ਲਈ ਕਿਹਾ ਗਿਆ ਹੈ, ਜਿੱਥੇ ਮਹਾਰਾਜ ਦਾ ਭਾਈ ਕਨਈਆ ਜੀ ਦਾ ਗੁਰਦੁਆਰਾ ਨਾਲ ਇੱਕ ਕਿਲਾ ਹੈ, ਉਸ ਕਿਲੇ ਵਿੱਚ ਗੁਰੂ ਸਾਹਿਬ ਜੀ ਨੇ 500 ਜਿਹੜੇ ਸਾਧੂ ਸਨ, ਸਿੱਖ ਸਨ, ਉਹਨਾਂ ਨੂੰ ਬੰਦਗੀ ਕਰਨ ਦੇ ਲਈ ਵੀ ਠਹਿਰਾਇਆ ਸੀ। ਬੰਦਗੀ ਵੀ ਕਰਦੇ ਸੀ ਤੇ ਸ਼ਸਤਰ ਦਾ ਅਭਿਆਸ ਵੀ ਕਰਦੇ ਸਨ। ਭਾਵ ਨਾਲ ਮਾਰੇ ਕਹਿੰਦੇ ਬੰਦਗੀ ਵੀ ਹੋਵੇ ਤੇ ਨਾਲ ਸ਼ਸਤਰ ਦਾ ਅਭਿਆਸ ਵੀ ਹੋਵੇ। ਉੱਥੇ ਗੁਰੂ ਸਾਹਿਬ ਜੀਆਂ ਨੇ ਇੱਥੋਂ ਤੱਕ ਕਿ ਮਹੰਤ ਕਿਰਪਾਲ ਦਾਸ ਵਰਗੇ ਸਾਧੂ ਸਨ, ਉਹ ਜਦੋਂ ਭੰਗਾਣੀ ਦਾ ਯੁੱਧ ਹੁੰਦਾ ਹੈ ਨਾ, ਮਹੰਤ ਕਿਰਪਾਲ ਦਾਸ, ਉਹਦੇ ਹੱਥ ਵਿੱਚ ਸੋਟਾ ਹੀ ਸੀ। ਮਹੰਤ ਕਿਰਪਾਲ ਦਾਸ ਮਹਾਰਾਜ ਕੋਲ ਆਗਿਆ ਲਈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਦਿਓ ਥਾਪੜਾ, ਮੈਂ ਵੀ ਜੰਗ ਵਿੱਚ ਜਾਵਾਂ। ਮਹਾਰਾਜ ਨੇ ਥਾਪੜਾ ਦੇ ਕੇ ਨਾ ਮਹੰਤ ਕਿਰਪਾਲ ਦਾਸ ਨੂੰ ਭੇਜਿਆ ਤੇ ਕਹਿੰਦੇ ਏਦਾਂ ਦਾ ਸੋਟਾ ਹੀ ਸੀ ਹੱਥ ਵਿੱਚ। ਮਹੰਤ ਕਿਰਪਾਲ ਦਾਸ ਨੇ ਸਮੇਂ ਦਾ ਜਿਹੜਾ ਹਾਕਮ ਸੀ, ਹਿਆਤ ਖਾਂ, ਕਹਿੰਦਾ ਕਹਾਉਂਦਾ, ਉਹਦਾ ਵਾਰ ਕਹਿੰਦੇ ਰੋਕ ਕੇ, ਉਹ ਤੋਂ ਤਾਂ ਵਾਰ ਚੱਲਿਆ ਨਹੀਂ, ਬਚਾ ਕਰਕੇ ਉਹਦੇ ਸਿਰ ਦੇ ਵਿੱਚ ਐਸਾ ਸੋਟਾ ਮਾਰਿਆ ਜਿਵੇਂ ਘੜੇ ਵਿੱਚ ਮੱਖਣ ਹੋਵੇ ਤੇ ਘੜਾ ਜਦੋਂ ਫੁੱਟਦਾ ਮੱਖਣ ਬਾਹਰ ਆਉਂਦਾ। ਕਹਿੰਦੇ ਉਸ ਹਿਆਤ ਖਾਂ ਦੀ ਵਿੱਜ ਬਾਹਰ ਆ ਗਈ। ਜਦੋਂ ਹਿਆਤ ਖਾਂ ਮਾਰਿਆ ਗਿਆ, ਸਾਰੇ ਹੈਰਾਨ ਵੀ ਇੱਕ ਮਹੰਤ ਪਾਸੋਂ, ਇੱਕ ਸਾਧੂ ਪਾਸੋਂ ਏਡਾ ਵੱਡਾ ਸਮੇਂ ਦਾ ਸੂਰਮਾ ਮਾਰਿਆ ਗਿਆ। ਗੁਰੂ ਸਾਹਿਬ ਜੀ ਨੇ ਇਸ ਅਭਿਆਸ ਬਖਸ਼ੇ ਤੇ ਜਿਹੜਾ ਅਭਿਆਸ ਹੁੰਦਾ ਸੀ, ਜਿਹੜੇ ਦੇਖਣ ਵਾਲੇ ਸਨ ਨਾ, ਉਹਨਾਂ ਅੰਦਰ ਵੀ ਉਤਸ਼ਾਹ ਪੈਦਾ ਹੋ ਜਾਂਦਾ ਸੀ। ਏਦਾਂ ਹੀ ਮਹਾਰਾਜ ਦੇ ਇੱਕ ਹਲਵਾਈ ਸੀ ਲਾਲ ਚੰਦ, ਉਸ ਹਲਵਾਈ ਨੇ ਗੁਰੂ ਸਾਹਿਬ ਜੀ ਤੋਂ ਆਗਿਆ ਮੰਗੀ, ਮਹਾਰਾਜ ਮੈਂ ਵੀ ਜੰਗ 'ਚ ਜਾਣਾ। ਸਤਿਗੁਰੂ ਜੀ ਕਹਿੰਦੇ ਭਾਈ ਲੜ ਲੇਗਾ? ਕਹਿੰਦਾ ਮਹਾਰਾਜ ਸਿੱਖਾਂ ਨੂੰ ਵੇਖਦਾ, ਮੇਰੇ ਅੰਦਰ ਵੀ ਰੋਹ ਪੈਦਾ ਹੁੰਦਾ, ਮੈਂ ਵੀ ਜੰਗ ਵਿੱਚ ਯੁੱਧ ਕਰਾਂ। ਸਤਿਗੁਰਾਂ ਨੇ ਜਿਹੜਾ ਆਪਣੇ ਕਮਰ ਕੱਸੇ ਵਿੱਚੋਂ ਸ਼ਮਸ਼ੀਰ ਬਖਸ਼ਣਾ ਕੀਤੀ ਤੇ ਘੋੜਾ ਵੀ ਆਪ ਹੀ ਦਿੱਤਾ। ਆਪਣਾ ਘੋੜਾ ਬਖਸ਼ਿਆ ਲਾਲ ਚੰਦ ਨੂੰ। ਤੇ ਜਦੋਂ ਜੰਗ ਦੇ ਮੈਦਾਨ ਵਿੱਚ ਜਾਂਦਾ ਹੈ ਨਾ, ਇਹ ਲਾਲ ਚੰਦ, ਨਜਾਬਤ ਖਾਂ ਕਹਿੰਦਾ ਆ ਹਲਵਾਈ ਆ ਰਿਹਾ, ਕਹਿੰਦਾ ਗੁਰੂ ਗੋਬਿੰਦ ਸਿੰਘ ਜੀਆਂ ਦਾ, ਇਸ ਹਲਵਾਈ ਨੂੰ ਖਤਮ ਕਰਕੇ ਨਾ ਗੁਰੂ ਸਾਹਿਬ ਜੀ ਦਾ ਘੋੜਾ ਖੋਲਾ। ਨਜਾਬਤ ਖਾਂ ਕਹਿੰਦਾ ਮੀਰ ਖਾਂ ਵਾਰ ਕਰਦਾ ਹੈ, ਲਾਲ ਚੰਦ ਉਸ ਵਾਰ ਨੂੰ ਰੋਕਦਾ ਹੈ। ਮੀਰ ਖਾਂ ਦਾ ਵਾਰ ਖਾਲੀ ਗਿਆ। ਹੈਰਾਨ ਸਾਰੇ ਵੀ ਮੀਰ ਖਾਂ ਦਾ ਵਾਰ ਖਾਲੀ ਚਲਿਆ ਗਿਆ, ਵੀ ਹਲਵਾਈ ਤੋਂ ਇੱਕ। ਤੇ ਫਿਰ ਕਹਿੰਦੇ ਲਾਲ ਚੰਦ ਨੇ ਐਸਾ ਵਾਰ ਕੀਤਾ, ਮੀਰ ਖਾਂ ਦਾ ਜਿਹੜਾ ਸਿਰ ਸੀ ਧੜ ਤੋਂ ਜੁਦਾ ਹੋ ਕੇ ਧਰਤੀ ਤੇ ਡਿੱਗਦਾ। ਸਮੇਂ ਹਾਕਮ ਮਾਰਿਆ ਗਿਆ
ਤੇ ਕਹਿੰਦੇ ਬਾਕੀ ਫੌਜਾਂ ਨੂੰ ਭਾਜੜਾਂ ਪੈ ਗਈਆਂ ਵੀ ਗੁਰੂ ਸਾਹਿਬ ਜੀ ਦੇ ਐਸੇ ਕਰਤਵ, ਐਸੇ ਥਾਪੜੇ, ਐਸੇ ਅਭਿਆਸ ਬਖਸ਼ੇ ਨੇ। ਉਸ ਇਹ ਸਾਰੀ ਜਿਹੜੀ ਬਖਸ਼ਿਸ਼ ਸੀ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਖਸ਼ਣਾ ਕੀਤੀ ਹੈ, ਰਹਿਮਤਾਂ ਕੀਤੀਆਂ ਨੇ, ਇੱਕ ਨਿਵੇਕਲਾਪਨ, ਨਿਰਾਲਾਪਨ ਜਿਹੜਾ ਸੀ ਖਾਲਸੇ ਨੂੰ ਬਖਸ਼ਿਆ ਹੈ। ਤਾਂ ਹੀ ਸਤਿਗੁਰੂ ਜੀ ਕਹਿੰਦੇ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਦੋਂ ਵਿਪਰਾਂ ਦੀਆਂ ਰੀਤੀਆਂ ਕਰਨ ਲੱਗ ਜਾਓਗੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਮੈਂ ਇਹਨਾਂ ਦੀ ਪ੍ਰਤੀਤ, ਇਹਦੇ ਭਰੋਸਾ ਨਹੀਂ। ਜਦੋਂ ਇਹ ਨਿਆਰਾਪਨ ਫਿਰ ਮਾਰੇ ਕਹਿੰਦੇ ਸਾਰਾ ਕੁਝ ਆਪਣਾ ਇਸ ਨੂੰ ਬਖਸ਼ਿਆ ਹੋਇਆ ਹੈ। ਸਤਿਗੁਰੂ ਜੀ ਆਪ ਸਿੱਖਾਂ ਵਿੱਚ ਫਿਰ ਵਰਤਦੇ ਹਨ, ਕੋਈ ਵੀ ਫਿਰ ਵਾਲ ਨਿੰਗਾ ਨਹੀਂ ਕਰ ਸਕਦਾ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸਾਰੀ ਸੰਗਤ ਨੂੰ ਹੋਲੇ ਮਹੱਲੇ ਦੇ